ਆ ਹਰਨੇਕਵੀਰ ਜੀ ਤੇ ਗਰੁੱਪ ਦੇ ਸਾਰੇ ਮੈਂਬਰਾਂ ਨੂੰ, ਸਾਰੇ ਵੀਰਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। हैप्पी न्यू ईयर। 1 जनवरी है जी अज। और काफ़ी ਵੀਰਾਂ ਦੇ ਮੈਸੇजेस ਆ ਰਹੇ ਸੀਗੇ ਮੈਨੂੰ ਵੀ ਹਾਂਗਕਾਂਗ ਬਾਰੇ ਇਨਫੋਰਮੇਸ਼ਨ ਦਿਓ, ਤੇ ਮੈਂ ਵੀਰ ਜੀ ਨੂੰ ਮੈਸੇਜ ਕੀਤਾ, ਹਰਨੇਕਵੀਰ ਨੂੰ, ਤੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਤੇ ਵੀਰ ਜੀ ਨੇ ਕਿਹਾ ਵੀ ਵੀਡੀਓ ਜ਼ਿਆਦਾ ਬੈਟਰ ਹੋਊਗੀ ਵੀ ਸਾਰਿਆਂ ਨੂੰ ਇੱਕੋ ਵਾਰੀ ਮੈਸੇਜ ਮਿਲ ਜੂਗਾ। ਤੇ ਅੱਜ ਆਪਾਂ ਹਾਂਗਕਾਂਗ ਬਾਰੇ ਗੱਲ ਕਰਾਂਗੇ ਵੀਰ। ਹਾਂਗਕਾਂਗ मैं इत्थों 1997 तो मैं रह रहा, और इस पिछले समय दौरान 1997 तो लैके हुण तक जो भी मैं ਹਾਂਗਕਾਂਗ नूं समझिया तो वो मैं सारिया चीज़ां अज तुहाडे नाल शेयर करनियां ने। फस्ट ऑफ ऑल आपां ਹਾਂਗਕਾਂਗ दी इंट्रोडक्शन करते हैं कि ਹਾਂਗਕਾਂਗ दी करंसी जिहड़ी हैगी आ ਹਾਂਗਕਾਂग डॉलर। ਹਾਂਗਕਾਂਗ डॉलर आ जिहड़ा जे आपां मोटा सीधा पंजाबी हिसाब लाइए भी एक ਹਾਂਗਕਾਂग डॉलर की इस वेले जिहड़ा रेट है इंडियन करंसी का, एक ਹਾਂਗਕਾਂग डॉलर इज इक्वल टू 9.50 और 10 रुपीज़। और 7.5 मिलियन पापूलेशन है इत्थों की, जिहदे विच ज़्यादा अपने पंजाबी ने, पाकिस्तानी वीर ने, नेपाली ने, फिलिपीनोज ने, ते ऑफकोर्स चीनी तो हैगे ने। इन्हां दा मुल्क आ, चाइनीज़ कंट्री आ। ਇਹਦੇ ਨਾਲ ਜਿਹੜੇ ਮੁਲਕ ਲੱਗਦੇ ਨੇ, ਚਾਈਨਾ ਦਾ ਬਾਰਡਰ ਆ, ਮਕਾਓ ਦਾ ਬਾਰਡਰ ਆ। ਮੇਨ ਇਹ ਦੋ ਮੁਲਕ ਨੇ ਜਿਨ੍ਹਾਂ ਨਾਲ ਇਹ ਬਾਰਡਰ ਸਾਂਝਾ ਆ ਇਹਦਾ। ਉਸ ਦੇ ਉਪਰੰਤ ਹਾਂਗਕਾਂਗ ਆ ਜਿਹੜਾ ਇੱਕ ਬਹੁਤ ਹੀ ਜ਼ਿਆਦਾ ਅਮੀਰ ਮੁਲਕ ਆ, ਬਹੁਤ ਸੋਹਣਾ ਮੁਲਕ ਆ। ਆਪਣੀ ਜਿਹੜੀ ਇੱਥੋਂ ਦੀ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਆਂਗੇ, ਆਪਣੇ ਹੁਣ ਖਾਸ ਕਰਕੇ ਜਿਹੜੀ ਹੁਣ ਦੀ ਜਨਰੇਸ਼ਨ ਆ, असल च मैं तुहानूं थोड़ा जिहा पिछे लै जावां तां मच बैटर आ। 1997 च जदों मैं आया, ਹਾਂਗਕਾਂਗ ये ब्रिटिश कलोनी सी। ब्रिटिश कलोनी तो मेरा मतलब है भी ये अंडर ब्रिटिश रहा गा 1997 तक। ਹਾਂਗਕਾਂग बहुत ही ज़्यादा वर्ल्ड वाइड मशहूर है, क्योंकि एक ये भी ਹਾਂਗਕਾਂਗ नूं कहा जाता भी एशिया की वर्ल्ड सिटी आ। हर एक पासों लैस आ, सहूलतां नाल लैस आ, समर्थ मुल्क आ। और मोर ओवर इत्थों की करंसी है जिहड़ी वो भी बहुत ज़्यादा स्टेबल आ। वर्ल्ड की पावरफुल करंसीज़ दे विचों ये ਹਾਂਗਕਾਂਗ डॉलर इहदी करंसी हैगी जिहड़ी बहुत स्टेबल आ, बहुत पावरफुल आ। और इत्थों की जिहड़ी हुण दी अपनी पंजाबी कम्यूनिटी आ, जनरेशन आपां कह सकते हैं भी वो इस वेले इमीग्रेशन डिपार्टमेंट भी हैगे ने, वैलफेयर डिपार्टमेंट भी हैगे ने, और एक इत्थों का विभाग हैगा जिवें आपां कह दईए भी जेल विभाग, जिन्हों ਹਾਂਗਕਾਂਗ दे विच छिंकावची कहंदे ने, मीनस ਹਾਂਗਕਾਂਗ करैक्शनल सर्विसिज। ਉਹਦੇ ਵਿੱਚ ਵੀ ਆਪਣੇ ਪੰਜਾਬੀ ਹੈਗੇ ਨੇ। ਹੁਣ ਲੋਕਲ ਪੁਲਿਸ ਦੇ ਵਿੱਚ ਵੀ ਆਪਣੇ ਕਈ ਪੰਜਾਬੀ ਹੈਗੇ ਨੇ, ਪਾਕਿਸਤਾਨੀ ਵੀ ਹੈਗੇ ਨੇ। ਸੋ ਪੰਜਾਬੀ ਬੜੀਆਂ ਤਰੱਕੀਆਂ ਕਰ ਰਹੇ ਨੇ ਇੱਥੇ। ਮੁਲਕ ਬਹੁਤ ਛੋਟਾ ਆ। ਦੇਸੀ ਤਰੀਕੇ ਨਾਲ ਗੱਲ ਕਰਾਂ, ਆਪਣੇ ਪੰਜਾਬ ਨਾਲੋਂ ਵੀ ਛੋਟਾ ਆ, ਪਰ ਤਰੱਕੀਆਂ ਬਹੁਤ ਜ਼ਿਆਦਾ ਆ, ਬੁਲੰਦੀਆਂ ਬਹੁਤ ਜ਼ਿਆਦਾ ਆ। ਹੁਣ ਆਪਾਂ ਗੱਲ ਕਰਦੇ ਹਾਂ ਵੀਰ ਵੀਜ਼ੇ ਦੀ। ਨੰਬਰ 1, ਮੇਰੀ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਕਿਸੇ ਤੇ ਵੀ ਏਜੰਟ ਤੇ ਤੁਸੀਂ ਯਕੀਨ ਨਾ ਕਰੋ। ਤੁਸੀਂ ਗੂਗਲ ਸਰਚ ਕਰੋ, ਆਪਣੇ ਨੇੜਲੇ ਦੋਸਤਾਂ, ਰਿਸ਼ਤੇਦਾਰਾਂ, ਮਿੱਤਰਾਂ ਨੂੰ ਕੋਈ ਬਾਹਰ ਗਿਆ, ਉਹਨਾਂ ਦੀ ਗੱਲ ਸੁਣੋ, ਸਮਝੋ, ਘੰਗੋਲੋ, ਤੇ ਫਿਰ ਕਿਸੇ ਡਿਸੀਜ਼ਨ ਤੇ ਜਾ ਕੇ ਤੇ ਆਪਣੀ ਜੋ ਵੀ ਕਾਰਵਾਈ ਆ ਤੁਸੀਂ ਅਗਲੀ ਪਾਉਣੀ ਆ। ਐਦਾਂ ਨਹੀਂ ਆ ਵੀ ਹਾਂ ਵੀ ਪੈਸੇ ਫੜਾ ਦਿਓ। ਇੱਥੇ ਬਹੁਤ ਠੱਗੀਆਂ ਹੋਈਆਂ ਸਾਡੇ ਸ਼ਹਿਰ ਦੇ ਮੁੰਡਿਆਂ ਨਾਲ ਹੋਈਆਂ। ਖੈਰ ਉਹ ਗੱਲ ਵੱਖਰੀ ਆ ਵੀ ਜਿਵੇਂ ਭਾਜੀ ਕਹਿੰਦੇ ਹੁੰਦੇ ਨੇ ਵੀ ਉਹਨਾਂ ਚਿਰ ਹੀ ਲੋੜ ਪੈਂਦੀ ਆ, ਵੀ ਜਿੰਨਾ ਚਿਰ ਲੋੜ ਹੁੰਦੀ ਆ ਉਸ ਤੋਂ ਬਾਅਦ 'ਚ ਲੋਕ ਭੁੱਲ ਜਾਂਦੇ ਨੇ। ਆਪਣੀ ਵੀ ਕਹਾਣੀ ਇੱਦਾਂ ਹੀ ਆ। ਹਾਂਜੀ, ਵੀ ਕਈ ਕੇਸਿਸ ਜਿਸ ਤਰ੍ਹਾਂ ਉਹਨਾਂ ਦੇ ਵਿੱਚੋਂ 1-2 ਬਾਰੇ ਮੈਂ ਗੱਲ ਕਰੂੰਗਾ। ਉੱਥੇ ਆਪਣੇ ਤਕਰੀਬਨ ਏਜੰਟ ਕੀ ਕਹਿੰਦੇ ਨੇ, ਹਾਂਗਕਾਂਗ ਬਾਰੇ ਜੇ ਵੀਜ਼ਾ ਲੈਣਾ ਹੋਵੇ, ਹਾਂਜੀ ਉੱਥੇ ਤੁਹਾਡੀ ਆਪਾਂ ਸਟੇ ਕਰਵਾ ਦਿਆਂ, ਸਟੇ ਲਗਵਾ ਦਿਆਂਗੇ। ਨੰਬਰ 1 ਵੀਰ ਸਮਝੋ, ਉਹ ਸਟੇ ਨਹੀਂ, ਉਹ ਓਵਰ ਸਟੇ ਦੀ ਗੱਲ ਕਰ ਰਹੇ ਨੇ, ਉਹ ਅਸਾਈਲਮ ਦੀ ਗੱਲ ਕਰ ਰਹੇ ਨੇ ਤੁਹਾਡੇ ਨਾਲ। ਔਰ ਹਾਂਗਕਾਂਗ ਦੀ ਅਸਾਈਲਮ ਸਾਰਿਆਂ ਨਾਲ ਭੈੜੀ ਆ। ਤੁਸੀਂ ਕੰਮ ਕਰਦੇ ਫੜੇ ਗਏ ਤਾਂ ਪ੍ਰੋਬਲਮ ਆ ਜਾਣੀ ਆ ਜੇਲ੍ਹ 'ਚ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਪਲੀਜ਼ ਅਸਾਈਲਮ ਬਿਲਕੁਲ ਨਾ ਲਾਓ, ਕੋਈ ਫਾਇਦਾ ਨਹੀਂ ਹੈ। ਤੁਸੀਂ ਆਪਦਾ ਟਾਈਮ ਵੇਸਟ ਕਰਦੇ ਹੋ, ਤੁਸੀਂ ਪੈਸਾ ਖਰਾਬ ਕਰਦੇ ਹੋ, ਔਰ ਤੁਹਾਡੇ ਪਿੱਛੇ ਜਿਹੜੇ ਪਰਿਵਾਰ ਵਾਲੇ ਨੇ ਉਹ ਵੀ ਦੁਖੀ ਹੁੰਦੇ ਨੇ। ਅਸਾਈਲਮ ਕੋਈ ਹੱਲ ਨਹੀਂ ਹੈ। ਹਾਂਜੀ, ਤੇ ਕਈ ਵੀਰ ਕੀ ਕਰਦੇ ਨੇ ਵੀ ਟੂਰਿਸਟ ਵੀਜ਼ੇ ਤੇ ਆ ਕੇ ਤੇ ਉਹ ਅਸਾਈਲਮ ਲਾ ਲੈਂਦੇ ਨੇ, ਤੇ ਅਸਾਈਲਮ ਦਾ ਵੀਰ ਕੋਈ ਫਾਇਦਾ ਨਹੀਂ ਹੈ। ਖਾਸ ਕਰਕੇ ਹਾਂਗਕਾਂਗ ਅਸਾਈਲਮ ਦਾ ਤਾਂ ਬਿਲਕੁਲ ਵੀ ਫਾਇਦਾ ਨਹੀਂ ਹੈ।
ਕਈਆਂ ਦੇ ਕੇਸ ਕਲੀਅਰ ਹੋ ਜਾਂਦੇ ਨੇ, ਕਈਆਂ ਦੇ ਨਹੀਂ ਹੁੰਦੇ। ਔਰ ਕਈ ਮੇਰੇ ਵੀਰ ਕੀ ਕਰਦੇ ਨੇ ਵੀ ਅਸਾਲਮ ਦੌਰਾਨ ਪੰਜਾਬੀ 'ਚ ਆਪਾਂ ਸਿੱਧੇ ਹਿਸਾਬ ਨਾਲ ਵੀ ਰੈਫਿਊਜੀ ਕਹਿ ਲਈਏ ਜੇ, ਤੇ ਜਦੋਂ ਉਹਨਾਂ ਦੀ ਰੈਫਿਊਜੀ ਲੱਗ ਜਾਂਦੀ ਹੈ ਤੇ ਇੱਥੇ ਉਹ ਕੀ ਕਰਦੇ ਨੇ, ਇੱਥੋਂ ਦੇ ਕਿਸੇ PR ਹੋਲਡਰ ਨਾਲ ਵਿਆਹ ਕਰਵਾ ਲੈਂਦੇ ਨੇ। ਪਰ ਕੇਸ ਉਹਦੇ 'ਚ ਵੀ 50% ਚਾਂਸਸ ਹੁੰਦੇ ਨੇ ਵੀ ਕੇਸ ਕਲੀਅਰ ਹੁੰਦੇ ਆ, ਕਈਆਂ ਦੇ ਹੁੰਦੇ ਆ, ਕਈਆਂ ਦੇ ਨਹੀਂ ਹੁੰਦੇ। ਤੋ ਉਹਦੇ ਵਿੱਚ ਤੁਹਾਡਾ ਪੈਸਾ ਖਰਾਬ ਹੈ, ਤੁਹਾਡਾ ਟਾਈਮ ਖਰਾਬ ਆ, ਔਰ ਪਿੱਛੇ ਤੁਹਾਡੇ ਜਿਹੜੇ ਮਾਪੇ ਰਿਸ਼ਤੇਦਾਰ ਆ ਉਹਨਾਂ ਨੂੰ ਲੱਗ ਜਾਵੇ ਆ, ਕੰਮ ਕਰਦੇ ਫੜੇ ਗਏ ਤਾਂ ਤੁਹਾਨੂੰ ਜੇਲ੍ਹ ਆ, ਕਾਫੀ ਪੰਗੇ ਨੇ। ਔਰ ਟੋਟਲ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਉਹਦੇ ਵਿੱਚ। ਕਈ ਫੜੇ ਵੀ ਨਹੀਂ ਜਾਂਦੇ, ਕਈ ਬੜਾ ਟਾਈਮ ਕੱਢ ਜਾਂਦੇ ਨੇ, 5-5 7-7 ਸਾਲ ਕੱਢ ਜਾਂਦੇ ਨੇ, ਤੇ ਕਿਸਮਤ ਆ। ਪਰ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਵੀ ਇਦਾਂ ਦਾ ਕੁਝ ਨਾ ਕਰੋ। ਹੁਣ ਆਉਂਦੇ ਹਾਂ ਜੀ ਆਪਾਂ ਟੂਰਿਸਟ ਵੀਜ਼ੇ ਤੇ। ਹਾਂਗਕਾਂਗ ਦਾ ਟੂਰਿਸਟ ਵੀਜ਼ਾ ਇੰਡੀਅਨ ਪਾਸਪੋਰਟ ਲਈ ਮੈਂ ਗੱਲ ਕਰ ਰਿਹਾ, ਧਿਆਨ ਦਿਓ। ਇੰਡੀਅਨ ਪਾਸਪੋਰਟ ਲਈ ਹਾਂਗਕਾਂਗ ਦਾ ਟੂਰਿਸਟ ਵੀਜ਼ਾ ਫ੍ਰੀ ਆਫ ਕਾਸਟ ਆ, ਬਿਲਕੁਲ ਫ੍ਰੀ ਆਫ ਕਾਸਟ। no any single penny you have to spend on it, ਕੋਈ ਪੈਸਾ ਨਹੀਂ ਆ, ਬਿਲਕੁਲ ਫ੍ਰੀ। ਪਰ ਸ਼ਰਤ ਕੀ ਆ ਹਾਂਗਕਾਂਗ ਇਮੀਗ੍ਰੇਸ਼ਨ ਦੀ, ਉਹ ਕਹਿੰਦੇ ਨੇ ਵੀ ਤੁਹਾਨੂੰ ਪ੍ਰੀ ਅਰਾਈਵ ਰਜਿਸਟ੍ਰੇਸ਼ਨ ਜਿਹੜੀ ਤੁਸੀਂ ਕਰਵਾਉਣੀ ਹੈਗੀ। ਵੀ ਇੱਕ ਜਿਸ ਤਰ੍ਹਾਂ ਕਈ ਮੁਲਕਾਂ ਦਾ ETA ਕਹਿ ਸਕਦੇ ਆਪਾਂ ਇੱਕ ਹਿਸਾਬ ਦਾ, ਵੀ ਤੁਹਾਨੂੰ ਇੱਥੇ ਆਉਣ ਤੋਂ ਪਹਿਲਾਂ ਆਪਣੇ ਪਾਸਪੋਰਟ ਦੀ ਜਾਣਕਾਰੀ ਵੀ ਹਾਂ ਫਲਾਣਾ ਸਿੰਘ, ਫਲਾਣਾ ਬੰਦਾ, ਫਲਾਣਾ ਪਾਸਪੋਰਟ ਵੀ ਇਹ ਆ ਰਿਹਾ ਗਾ। ਤੇ ਜਦੋਂ ਤੁਹਾਡੀ ਉਹ ਕਲੀਅਰ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਸਫੀਸ਼ੀਐਂਟ ਫੰਡ ਹੋਣੇ ਚਾਹੀਦੇ ਨੇ, ਐਟਲੀਸਟ $1000 ਤੁਹਾਨੂੰ ਇਮੀਗ੍ਰੇਸ਼ਨ ਨੇ ਪੁੱਛਣਾ ਵੀ ਤੁਹਾਡੇ ਕੋਲੇ ਖਰਚਾ ਹੈਗਾ ਇੱਥੋਂ ਦਾ। ਔਰ 14 ਦਿਨਾਂ ਦਾ ਤੁਹਾਨੂੰ ਇੱਥੋਂ ਦਾ ਵੀਜ਼ਾ ਮਿਲਦਾ ਗਾ, 14 ਦਿਨਾਂ ਦਾ। 14 ਦਿਨ ਤੁਸੀਂ ਰਹਿ ਸਕਦੇ ਹੋ। ਔਰ ਉਸ ਤੋਂ ਬਾਅਦ ਜੇ ਤੁਸੀਂ ਐਕਸਟੈਂਡ ਕਰਵਾਉਣੇ ਆ, ਐਕਸਟੈਂਸ਼ਨ ਲੈਣੀ ਆ, ਤਾਂ ਉਹਦੀ ਫੀਸ ਤਕਰੀਬਨ 200 ਜਾਂ 300 ਕੁਛ ਡਾਲਰ ਇਸ ਤਰ੍ਹਾਂ ਕਰਕੇ ਆ। ਹਾਂਗਕਾਂਗ ਡਾਲਰ ਦੀ ਮੈਂ ਗੱਲ ਕਰ ਰਿਹਾ, ਧਿਆਨ ਦਿਓ। ਔਰ ਵੀਰ ਉਸ ਤੋਂ ਬਾਅਦ 'ਚ ਇਹ ਟੂਰਿਸਟ ਵੀਜ਼ਾ ਕਲੀਅਰ ਆ। ਇਹਦੇ ਵਿੱਚ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਪੁੱਛਣਾ ਹੈਗਾ ਵੀ ਹਾਂ ਵੀ ਤੁਹਾਡੀ ਤੁਸੀਂ ਸ਼ੋਅ ਕਰੋ ਤੁਹਾਡੀ ਜ਼ਮੀਨ ਜਾਇਦਾਦ, ਬੈਂਕ ਬੈਲੈਂਸ, ਫੰਡ, ਇਹ ਉਹ ਕੁਝ ਨਹੀਂ। ਬਸ ਤੁਹਾਡੀ ਇਨਫੋਰਮੇਸ਼ਨ ਹੋਣੀ ਆ ਪਾਸਪੋਰਟ ਦੀ, ਤੁਸੀਂ ਕੀ ਕਰਦੇ ਹੋ, ਬਸ ਦੈਟਸ ਆਲ। ਤੇ ਪ੍ਰੀ ਅਰਾਈਵਲ ਰਜਿਸਟ੍ਰੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੁੱਛੀਆਂ ਹੁੰਦੀਆਂ, ਤੇ ਉਹ ਕਰਕੇ ਤੇ ਉਸ ਤੋਂ ਬਾਅਦ 'ਚ ਤੁਹਾਡਾ ਇਹ ਕਲੀਅਰ ਹੈ, ਉਹਨਾਂ ਨੇ ਤੁਹਾਨੂੰ ਈਮੇਲ ਪਾ ਦੇਣੀ ਆ। ਔਰ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਸਪਾਊਸ ਵੀਜ਼ੇ ਦੀ। ਸਪਾਊਸ ਵੀਜ਼ਾ ਕੋਈ ਮੁੰਡਾ ਜਾਂ ਕੁੜੀ ਜਿਹਨੂੰ ਹਾਂਗਕਾਂਗ ਦੇ ਵਿੱਚ 7 ਸਾਲ ਹੋ ਗਏ ਹੁਣ। 7 ਸਾਲ ਮੇਰੇ ਕਹਿਣ ਤੋਂ ਮਤਲਬ ਆ ਕਿਉਂਕਿ ਜਿਹੜੀ ਹਾਂਗਕਾਂਗ ਦੀ PR ਆ ਉਹ ਤੁਹਾਨੂੰ 7 ਸਾਲ ਬਾਅਦ ਮਿਲਣੀ ਆ। ਉਹ ਵੀ ਜੇ ਤੁਹਾਡਾ ਇੱਥੋਂ ਦੀ ਤੁਹਾਡਾ ਸਭ ਕੁਝ ਸਹੀ ਆ, ਤੁਸੀਂ ਕੋਈ ਗਵਰਨਮੈਂਟ ਨੂੰ ਕੋਈ ਪ੍ਰੋਬਲਮ ਨਹੀਂ ਦਿੱਤੀ, ਤੁਸੀਂ ਬੈਂਕ ਫਰਾਡ ਨਹੀਂ ਹੋ, ਤੁਸੀਂ ਬਲੈਕ ਲਿਸਟਡ ਨਹੀਂ ਹੋ, ਇਹ ਚੀਜ਼ਾਂ ਅਗਰ ਤੁਹਾਡੀਆਂ ਸਾਰੀਆਂ ਸਹੀ ਨੇ ਤੇ ਉਹਨਾਂ ਨੇ ਤੁਹਾਨੂੰ PR ਦੇ ਦੇਣੀ ਆ। ਔਰ PR ਜਿਨ੍ਹਾਂ ਦੀ ਹੋ ਜਾਂਦੀ ਆ ਉਹੀ ਤੁਹਾਨੂੰ ਪੱਕਾ ਕਰਵਾ ਸਕਦਾ ਗਾ ਐਜ਼ ਅ ਡਿਪੈਂਡੈਂਟ ਸਪਾਊਸ ਵੀਜ਼ਾ। ਵੀ ਤੁਸੀਂ ਉਹਦਾ ਘਰ ਵਾਲਾ ਜਾਂ ਘਰ ਵਾਲੀ ਹੋ ਤੇ ਉਹਨਾਂ ਨੇ ਤੁਹਾਡਾ ਵੀਜ਼ਾ ਕਢਾਇਆ, ਤੇ ਉਹ ਅੱਗੇ ਗਵਰਨਮੈਂਟ ਦੀਆਂ ਸ਼ਰਤਾਂ ਹੁੰਦੀਆਂ ਵੀ ਜਿਹੜਾ ਮੁੰਡਾ ਜਾਂ ਕੁੜੀ ਆਪਣੇ ਹਸਬੈਂਡ ਜਾਂ ਵਾਈਫ ਲਈ ਵੀਜ਼ਾ ਕਢਵਾ ਰਿਹਾ ਹੈਗਾ ਸਪਾਊਸ ਵੀਜ਼ਾ, ਤੇ ਉਹਦੀ ਉਹਨਾਂ ਨੇ ਉਹੀ ਚੀਜ਼ਾਂ ਚੈੱਕ ਕਰਨੀਆਂ ਨੇ ਵੀ ਜਿਸ ਤਰ੍ਹਾਂ ਬੈਂਕ ਬੈਲੈਂਸ ਹੋ ਗਿਆ, ਕੰਮ ਕਰਦਾ, ਜੌਬ ਹੋ ਗਈ, ਜੌਬ ਲੈਟਰ ਹੋ ਗਈ, ਔਰ ਇਹਦੀ ਕੋਈ ਪ੍ਰੋਬਲਮ ਨਹੀਂ ਹੈ ਇੱਥੇ। ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਔਰ ਉਸ ਤੋਂ ਬਾਅਦ ਡਿਪੈਂਡੈਂਟ ਵੀਜ਼ਾ ਮਿਲ ਜਾਂਦਾ ਗਾ, ਪਹਿਲਾਂ 2-2 ਸਾਲ ਦਾ ਮਿਲਦਾ ਗਾ 2 ਵਾਰੀ, ਤੇ ਫਿਰ 3 ਸਾਲ ਦਾ, ਤੇ ਇਸ ਤਰ੍ਹਾਂ 7 ਸਾਲ ਪੂਰੇ ਹੁੰਦੇ ਨੇ। ਕੰਟਰੈਕਟ ਵੀਜ਼ੇ ਦੀ ਗੱਲ ਕਰਦੇ ਆਂਗੇ। ਕੰਟਰੈਕਟ ਵੀਜ਼ਾਸ 2 ਤਰ੍ਹਾਂ ਦੇ ਨੇ। ਇੱਕ ਡੋਮੈਸਟਿਕ ਹੈਲਪਰ ਲਈ, ਜਿਹਦੇ ਵਿੱਚ ਕਿ ਪੱਕਾ ਹੋਣ ਦੇ ਕੋਈ ਚਾਂਸਸ ਨਹੀਂ। ਡੋਮੈਸਟਿਕ ਹੈਲਪਰ ਵੀਜ਼ਾ ਘਰ ਦੇ ਘਰੇਲੂ ਕੰਮਾਂ ਕਾਰਾਂ ਲਈ ਬੁਲਾਏ ਗਏ ਮੁੰਡੇ ਕੁੜੀਆਂ ਦਾ ਜਿਹੜਾ ਵੀਜ਼ਾ ਹੁੰਦਾ ਉਹ ਡੋਮੈਸਟਿਕ ਹੈਲਪਰ ਵੀਜ਼ਾ ਅਖਵਾਉਂਦਾ, ਔਰ ਇਹ ਤਕਰੀਬਨ 2 ਸਾਲ ਦਾ ਹੁੰਦਾ। ਔਰ ਇਹਨੂੰ ਐਕਸਟੈਂਡ ਕਰਵਾਉਣਾ ਤਾਂ ਉਸ ਤੋਂ ਬਾਅਦ 'ਚ ਉਹਨਾਂ ਨੂੰ ਕੰਟਰੀ ਕਰਨੀ ਪੈਂਦੀ, ਐਗਜ਼ਿਟ ਕਰਨੀ ਪੈਂਦੀ ਹੈਗੀ। ਔਰ ਉਸ ਤੋਂ ਬਾਅਦ 'ਚ ਉਹਨਾਂ ਦਾ 2 ਸਾਲ ਦਾ ਵੀਜ਼ਾ ਦੁਬਾਰਾ ਐਕਸਟੈਂਡ ਹੁੰਦਾ ਗਾ ਕੰਟਰੀ ਐਗਜ਼ਿਟ ਕਰਨ ਤੋਂ ਬਾਅਦ 'ਚ। ਉਸ ਦੇ ਵਿੱਚ ਤਕਰੀਬਨ ਉਹ ਚਾਹੇ ਕਿੰਨੇ ਵੀ ਸਾਲ ਲਾ ਲੈਣ, ਇਹਦੇ ਵਿੱਚ ਪੱਕੇ ਹੋਣ ਦਾ ਕੋਈ ਚਾਂਸਸ ਨਹੀਂ ਹੈਗਾ ਜੇ ਉਹ ਇਸੇ ਵੀਜ਼ੇ 'ਤੇ ਕੰਟੀਨਿਊ ਰਹਿੰਦੇ ਨੇ। ਡੋਮੈਸਟਿਕ ਹੈਲਪਰ ਵੀਜ਼ੇ 'ਤੇ ਕੰਟੀਨਿਊਲੀ ਚੱਲਦੇ ਨੇ ਤਾਂ ਪੱਕੇ ਨਹੀਂ ਹੋ ਸਕਦੇ, ਚਾਹੇ 7 ਸਾਲ ਲਾ ਲੈਣ, ਚਾਹੇ 10 ਸਾਲ ਲਾ ਲੈਣ। ਨੰਬਰ 2, ਜਿਹੜੇ ਕੰਟਰੈਕਟ ਵੀਜ਼ਾਸ ਕੰਪਨੀ ਕੋਈ ਬੁਲਾਉਂਦੀ ਆ, ਫਰਜ਼ ਕਰੋ ਕਿਸੇ ਕੋਲੇ ਕੋਈ ਆਰਟ ਆ, ਕੋਈ ਸ਼ੈਫ ਆ, ਜਾਂ ਕੋਈ ਕਿਸੇ ਦੀ ਇੰਜੀਨੀਅਰਿੰਗ ਕੀਤੀ ਹੋਈ ਆ, ਕੋਈ IT 'ਚ ਹੈਗਾ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਪੈਸ਼ਲ ਜਿਹਦੇ ਕੋਲ ਕੋਈ ਆਰਟ ਆ, ਕੰਪਨੀਜ਼ ਹਾਇਰ ਕਰਦੀਆਂ ਨੇ। ਪਰ ਮੇਰੀ ਫੇਰ ਬੇਨਤੀ ਆ ਵੀ ਪਲੀਜ਼, ਮੈਂ ਤੁਹਾਨੂੰ ਕਿਸੇ ਕੰਪਨੀ ਬਾਰੇ ਨਹੀਂ ਦੱਸ ਸਕਦਾ, ਤੇ ਮੇਰਾ ਵੀਰ ਪੁੱਛਿਓ ਵੀ ਨਾ ਮੈਨੂੰ। ਔਰ ਇਹਦੇ ਵਿੱਚ ਇੱਦਾਂ ਹੋ ਜਾਂਦਾ ਵੀ ਮੈਂ ਤੁਹਾਨੂੰ ਕਹਾਂ ਵੀ ਹਾਂ ਫਲਾਣਾ ਫਲਾਣਾ ਫਲਾਣਾ, ਤੇ ਕੱਲ੍ਹ ਨੂੰ ਤੁਹਾਡਾ ਕੋਈ ਨੁਕਸਾਨ ਹੋ ਜੇ। ਪਲੀਜ਼, ਮੈਂ ਨਹੀਂ ਚਾਹੁੰਦਾ ਮੈਂ ਕਿਸੇ ਦੇ ਵੀ ਨੁਕਸਾਨ ਦਾ ਭਾਗੀਦਾਰ ਬਣਾ, ਜਾਂ
इस तरह का कुछ मेरे ते ब्लेम आवे आई मीन ओके। तो ਜਿਹੜਾ ਕੰਟਰੈਕਟ ਵੀਜ਼ਾ ਆ ਇਹ 2 ਸਾਲ ਦਾ ਪਹਿਲਾਂ ਲੱਗਣਾ ਆ, ਚਾਹੇ ਕੋਈ ਸ਼ੈਫ ਆ ਜਾਂ ਕਿਸੇ ਵੀ ਆਰਟ ਰਿਲੇਟਡ ਉਹਦਾ ਕੋਈ ਕੰਮ ਆ ਕੁਛ ਵੀ ਆ, ਤੇ 2 ਸਾਲ ਦਾ ਪਹਿਲਾ ਵੀਜ਼ਾ, ਉਸ ਤੋਂ ਬਾਅਦ 'ਚ ਦੁਬਾਰਾ ਫਿਰ 2 ਸਾਲ ਦਾ, ਮਤਲਬ ਕਿ ਇੱਦਾਂ ਕਰਕੇ ਜਦੋਂ 7 ਸਾਲ ਪੂਰੇ ਕਰਦਾ ਉਸੇ ਕੰਪਨੀ ਦੇ ਵਿੱਚ ਜਾਂ ਕੋਈ ਕੰਪਨੀ ਹੋਰ ਹਾਇਰ ਕਰ ਲੈਂਦੀ ਹੈ ਇਸ ਤਰ੍ਹਾਂ, ਤੇ 7 ਸਾਲ ਮਤਲਬ ਕਿ ਸਿਰਫ ਇਸੇ ਲਾਈਨ ਦੇ ਵਿੱਚ ਆ, ਕੰਪਨੀ ਕੋਈ ਹਾਇਰ ਕਰਦੀ ਆ ਤਾਂ ਡੋਮੈਸਟਿਕ ਹੈਲਪਰ ਨਹੀਂ, ਸਿਰਫ ਉਹੀ ਬੰਦਾ ਜਿਹਦੇ ਕੋਲ ਕੋਈ ਆਰਟ ਆ, ਆਰਟ ਰਿਲੇਟਡ ਚੀਜ਼ਾਂ ਕਰ ਸਕਦਾ, ਤੇ ਉਹ ਬੰਦਾ 7 ਸਾਲ ਅਗਰ ਇੱਥੇ ਕੰਟੀਨਿਊਲੀ ਕਰਦਾ ਆ ਕੰਮ ਹਾਂਗਕਾਂਗ 'ਚ, ਤੇ ਉਸ ਤੋਂ ਬਾਅਦ 'ਚ ਉਹਦੇ ਲਈ ਅੱਗੇ PR ਹੈਗੀ ਆ। PR ਤੋਂ ਬਾਅਦ 'ਚ ਉਹੀ ਸਾਲ ਸਵਾ ਸਾਲ ਦੇ ਵਿੱਚ ਉਹਨੂੰ ਸਿਟੀਜ਼ਨਸ਼ਿਪ ਮਿਲ ਸਕਦੀ ਹੈਗੀ। ਤੇ ਕਈ ਇੱਥੇ ਇਹੋ ਜਿਹੀਆਂ ਕੰਪਨੀਆਂ ਵੀ ਹੈਗੀਆਂ ਵੀ ਜਿਹੜੀਆਂ ਤੁਹਾਨੂੰ ਕੁਛ ਸਮਾਂ ਕੰਮ ਕਰਵਾ ਕੇ ਅੱਗੇ ਕਿਸੇ ਹੋਰ ਮੁਲਕ ਦੇ ਵਿੱਚ ਵੀ ਹੋ ਸਕਦਾ ਪ੍ਰਮੋਟ ਕਰ ਸਕਦੀਆਂ, ਵੀ ਕਿਵੇਂ ਕਿਸੇ ਅੱਗੇ ਹੋਰ ਮੁਲਕ ਦੇ ਵਿੱਚ ਤੁਹਾਨੂੰ ਭੇਜ ਦੇਣਾ ਵੀ ਹਾਂ ਵੀ ਜਨਾਬ ਵੀ ਅੱਗੇ ਉਹਨਾਂ ਦੇ ਬ੍ਰਾਂਚਿਸ ਨੇ, ਉਹ ਆਪਣੇ ਅੱਗੇ ਬ੍ਰਾਂਚਿਸ 'ਚ ਕੰਮ ਕਰਨ ਵਾਸਤੇ ਭੇਜ ਦਿੰਦੀਆਂ ਨੇ। ਪਰ ਅਗਰ ਤੁਸੀਂ ਹਾਂਗਕਾਂਗ ਦੀ PR ਹੀ ਲੈਣੀ ਹੈਗੀ ਤਾਂ ਤੁਹਾਨੂੰ ਮਸਟ ਵੀ ਇੱਥੇ 7 ਸਾਲ ਲਾਉਣੇ ਪੈਣੇ ਆ, ਤੇ ਇਹ ਕੰਟਰੈਕਟ ਵੀਜ਼ਾ ਸੀ। ਹੁਣ ਸਿਟੀਜ਼ਨਸ਼ਿਪ ਦੀ ਗੱਲ ਕਰਦੇ ਹਾਂ। ਜਿਹੜੀ ਸਿਟੀਜ਼ਨਸ਼ਿਪ ਆ ਉਹ ਤੁਹਾਡੀ 7 ਸਾਲ ਤੋਂ ਬਾਅਦ 'ਚ ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਸਿਟੀਜ਼ਨਸ਼ਿਪ ਲਈ ਤੁਹਾਨੂੰ 1 ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਗਾ। ਸਿਟੀਜ਼ਨਸ਼ਿਪ ਦੇ ਵਿੱਚ ਤੁਹਾਨੂੰ ਹਾਂਗਕਾਂਗ ਦਾ ਪਾਸਪੋਰਟ ਮਿਲੂਗਾ, ਔਰ ਤੁਹਾਡਾ ਆਇਡੈਂਟੀ ਕਾਰਡ ਚੇਂਜ ਹੋ ਕੇ ਇੱਕ ਹੋਰ ਸਟਾਰ ਆ ਜਾਂਦੇ ਨੇ ਉਹਦੇ ਤੇ। ਐਕਚੁਅਲੀ ਇੱਥੇ ਇੱਕ ਹੋਰ ਸਟੈਪ ਆ, ਨੈਚੁਰਲਾਈਜੇਸ਼ਨ ਕਹਿੰਦੇ ਨੇ ਉਹਨੂੰ, ਮਤਲਬ ਕਿ ਤੁਸੀਂ ਚਾਈਨੀਜ਼ ਜਿਹੜੀ ਹੈਗੀ ਸਿਟੀਜ਼ਨਸ਼ਿਪ ਉਹਦੇ ਲਈ ਤੁਸੀਂ ਅਪਲਾਈ ਕੀਤਾ, ਤੇ ਜਦੋਂ ਉਹ ਤੁਹਾਨੂੰ ਸਰਟੀਫਿਕੇਟ ਮਿਲ ਜਾਂਦਾ ਗਾ ਤੇ ਉਸ ਤੋਂ ਬਾਅਦ 'ਚ ਉਹ ਤੁਹਾਨੂੰ ਪਾਸਪੋਰਟ ਇਸ਼ੂ ਕਰਦੇ ਨੇ। ਤੇ ਪਾਸਪੋਰਟ ਬਹੁਤ ਫਾਇਦੇਮੰਦ ਆ, ਬਹੁਤ ਪੰਜਾਬੀਆਂ ਨੇ ਲਏ ਨੇ। ਤੇ ਇਹਦੇ ਵਿੱਚ ਇਹ ਪਾਸਪੋਰਟ ਦੇ ਬੈਨੀਫਿਟਸ ਕੀ ਨੇ? ਤੁਹਾਨੂੰ ਕਈ ਮੁਲਕਾਂ ਦੇ ਵੀਜ਼ਾਸ ਔਨ ਅਰਾਈਵਲ 167 ਮੁਲਕਾਂ ਦੇ ਵੀਜ਼ੇ ਤੁਹਾਡੇ ਕੋਲ ਹੋਣਗੇ ਇਸ ਪਾਸਪੋਰਟ ਤੇ, ਜਿਨ੍ਹਾਂ ਦੇ ਵਿੱਚ ਤਕਰੀਬਨ ਸਾਰਾ ਯੂਰਪ ਆ ਗਿਆ। 27 ਮੁਲਕ ਨੇ ਯੂਰਪ ਸੰਘ ਦੇ ਹੁਣ, ਤੇ ਯੂਰਪ ਦੇ ਤਕਰੀਬਨ ਸਾਰੇ ਹੀ ਤੁਹਾਨੂੰ ਸਾਰੇ ਯੂਰਪ ਦਾ ਹੀ ਵੀਜ਼ਾ ਆ, ਔਨ ਅਰਾਈਵਲ ਵੀਜ਼ਾ ਆ। ਤੇ ਕਈ ਮੁਲਕ ਜਿਸ ਤਰ੍ਹਾਂ ਉਹਨਾਂ ਦਾ ETA ਅਪਲਾਈ ਕਰਨਾ ਪੈਂਦਾ, ਜਿਵੇਂ ਉਹਦੇ ਵਿੱਚ ਕੈਨੇਡਾ ਆ ਜਾਂਦਾ ਗਾ, ਆਸਟ੍ਰੇਲੀਆ ਆ ਜਾਂਦਾ ਗਾ। ETA ਉਹੀ ਵੀ ਮੈਂ ਆਪਣਾ ETA ਜਦੋਂ ਅਪਲਾਈ ਕੀਤਾ ਸੀਗਾ ਕੈਨੇਡਾ ਦਾ, ਤਾਂ ਉਹਦੇ ਵਿੱਚ ਮੈਨੂੰ $5 ਕੈਨੇਡੀਅਨ ਡਾਲਰ ਦੇਣੇ ਪੈਣੇ ਸੀਗੇ, ਤੇ ਉਹ ਦਿੱਤੇ, ਔਰ ਉਸ ਤੋਂ ਬਾਅਦ 24 ਘੰਟੇ ਦੇ ਵਿੱਚ ਤੁਹਾਡਾ ETA ਆ ਜਾਂਦਾ ਗਾ। ਇਹ 2016 ਤੋਂ ਪਹਿਲਾਂ ਹਾਂਗਕਾਂਗ ਪਾਸਪੋਰਟ ਨੂੰ, ਹਾਂਗਕਾਂਗ ਪਾਸਪੋਰਟ ਦਾ ਨਾਮ ਐਕਚੁਅਲੀ ਪੂਰਾ ਹਾਂਗਕਾਂਗ SAR ਆ। SAR ਮਤਲਬ ਸਪੈਸ਼ਲ ਐਡਮਿਨਿਸਟ੍ਰੇਸ਼ਨ ਰੀਜਨ। ਇਹ ਖਾਸ ਮੁਲਕ ਆ ਇੱਕ ਚੀਨ ਦਾ। ਜੇ ਤੁਸੀਂ ਪਾਸਪੋਰਟ ਚੀਨ ਦਾ ਵੇਖੋਗੇ ਔਰ ਹਾਂਗਕਾਂਗ ਦਾ ਪਾਸਪੋਰਟ ਵੇਖੋਗੇ, ਉਹਨਾਂ ਦੇ ਵਿੱਚ ਇਹੀ ਲਿਖਿਆ ਹੁੰਦਾ ਗਾ ਵੀ ਹਾਂਗਕਾਂਗ SAR ਪਾਸਪੋਰਟ, ਹਾਂਗਕਾਂਗ ਸਪੈਸ਼ਲ ਐਡਮਿਨਿਸਟ੍ਰੇਸ਼ਨ ਰੀਜਨ। ਔਰ ਕੈਨੇਡਾ ਦਾ 6 ਮਹੀਨੇ ਦਾ ਵੀਜ਼ਾ ਆ। 2016 ਤੋਂ ਪਹਿਲਾਂ ਹਾਂਗਕਾਂਗ ਪਾਸਪੋਰਟ ਨੂੰ ਕੈਨੇਡਾ ਦਾ ਵੀਜ਼ਾ ਔਨ ਅਰਾਈਵਲ ਸੀਗਾ, ਮਤਲਬ ਕਿ ETA ਦੀ ਵੀ ਲੋੜ ਨਹੀਂ ਸੀ। ਪਰ 2016 ਤੋਂ ਕੈਨੇਡੀਅਨ ਗਵਰਨਮੈਂਟ ਨੇ ETA ਲਾਗੂ ਕੀਤਾ ਗਾ। ਔਰ ਹੋਰ ਵੀ ਕਈ ਮੁਲਕ ਨੇ ਜਿਨ੍ਹਾਂ ਦਾ ETA ਮਤਲਬ ਕਿ ਜਿਸ ਤਰ੍ਹਾਂ ਹੁਣ ਰਾਤ ਨੂੰ ਅਸੀਂ ਕਈ ਵਾਰੀ ETA ਅਪਲਾਈ ਕਰਕੇ ਪਈਏ ਤੇ ਸਵੇਰ ਨੂੰ ETA ਮਿਲ ਜਾਂਦਾ ਆ, ਜਾਂ ਨੈਕਸਟ ਈਵਨਿੰਗ ਮਿਲ ਜਾਂਦਾ, ਇਸ ਤਰ੍ਹਾਂ। ਔਰ ਹਾਂਗਕਾਂਗ ਪਾਸਪੋਰਟ ਦੇ ਨਾਲ ਹੀ ਤੁਹਾਨੂੰ ਚਾਈਨਾ ਦਾ ਇੱਕ ਕਾਰਡ ਮਿਲ ਜਾਂਦਾ, ਇੱਕ ਤਰ੍ਹਾਂ ਦੀ ਆਪਾਂ ਆਇਡੈਂਟੀ ਕਾਰਡ ਕਹਿ ਸਕਦੇ ਹਾਂ ਕਿ ਐਂਟਰੀ ਹੁੰਦੀ ਹੈਗੀ, ਤੇ ਉਹਦੇ ਵੀ ਬੈਨੀਫਿਟ ਹੈਗੇ ਨੇ। ਪਰ ਕਈ ਪੰਜਾਬੀ ਲੈਂਦੇ ਨੇ, ਕਈ ਨਹੀਂ ਲੈਂਦੇ। ਮੈਂ ਨਹੀਂ ਲਿਆ, ਅਸੀਂ ਨਹੀਂ ਲਏ ਚਾਈਨੀਜ਼, ਜਿਹੜੇ ਚਾਈਨਾ ਦੇ ਆਇਡੈਂਟੀ ਕਾਰਡ ਨੇ ਖਾਸ ਕਰਕੇ ਅਸੀਂ ਨਹੀਂ ਬਣਵਾਏ, ਪਰ ਬਣਵਾ ਸਕਦੇ ਨੇ, ਕਈ ਬਣਵਾਉਂਦੇ ਵੀ ਨੇ ਪੰਜਾਬੀ। ਇਸ ਦੇ ਉਪਰੰਤ ਬਿਜ਼ਨਸ ਵੀਜ਼ਾਸ ਨੇ। ਬਿਜ਼ਨਸ ਵੀਜ਼ਾਸ ਲਈ ਅਫਕੋਰਸ ਤੁਹਾਨੂੰ ਇੱਥੇ ਹਾਇਰ ਕਰਨਾ ਪੈਣਾ ਗਾ, ਕੋਈ ਕੰਸਲਟੈਂਟ ਹਾਇਰ ਕਰਨਾ ਪੈਣਾ ਜਾਂ ਕੋਈ ਲਾਇਰ ਹਾਇਰ ਕਰਨਾ ਪੈਣਾ ਗਾ, ਔਰ ਉਹਦੇ ਅਕੋਰਡਿੰਗ ਤੁਹਾਡੇ ਕੰਮ ਦੇ ਅਕੋਰਡਿੰਗ ਤੁਸੀਂ ਕਿਹੜਾ ਬਿਜ਼ਨਸ ਆ, ਕੀ ਹਿਸਾਬ ਕਿਤਾਬ ਆ, ਤੇ ਉਹਦੀ ਅਲੱਗ ਫੀਸ ਹੋਊਗੀ। ਤੇ ਇਹ ਵੀ ਇੱਕ ਰਾਹ ਹੈਗਾ, ਇਹ ਵੀ ਇੱਕ ਰਾਹ ਹੈਗਾ। ਔਰ ਕਈ ਮੇਰੇ ਜਾਣ ਪਛਾਣ ਵਾਲੇ ਦੋਸਤ ਜਿਹੜੇ ਕਿ ਪਹਿਲਾਂ ਟੂਰਿਸਟ ਵੀਜ਼ਾ ਆਏ, ਇੱਥੇ ਦੇਖਿਆ, ਹਿਸਾਬ ਕਿਤਾਬ ਲਗਾਇਆ, ਔਰ ਇੱਥੇ ਗੱਲਬਾਤ ਕਰਕੇ ਗਏ, ਤੇ ਅੱਜ ਉਹ PR ਨੇ ਬਾਈ ਬਿਜ਼ਨਸ ਵੀਜ਼ਾ ਆਫ ਕੋਰਸ। ਤੇ
ਬਾਕੀ ਇੱਥੋਂ ਦੀ ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਾਂ ਵੀ ਇੱਥੋਂ ਦੇ ਪੇ ਸਕੇਲ ਜਿਹੜੀ ਕੀ ਆ, ਕਈਆਂ ਨੂੰ ਮਤਲਬ ਮੇਰੇ ਵੀਰਾਂ ਨੂੰ ਨਹੀਂ ਪਤਾ ਹੋਣਾ ਇਸ ਚੀਜ਼ ਬਾਰੇ। ਹਾਂਗਕਾਂਗ 'ਚ ਜਿਹੜੇ ਡਰਾਈਵਰਸ ਨੇ ਖਾਸ ਕਰਕੇ, ਫਰਜ਼ ਕਰੋ ਟਰਾਲੇ ਦਾ ਡਰਾਈਵਰ ਕਰ ਲਓ, ਟਰਾਲੇ ਦਾ ਡਰਾਈਵਰ ਤਕਰੀਬਨ 40 ਅਪ ਟੂ 45,000 ਹਾਂਗਕਾਂਗ ਡਾਲਰ ਉਹਨਾਂ ਦੀ ਤਨਖਾਹ ਆ। ਨੋਰਮਲੀ ਜਿਹੜੀ ਕੋਈ ਡਰਾਈਵਰ ਦੀ ਤਨਖਾਹ ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਹੁਣ ਆਪਣੇ ਪੰਜਾਬੀ ਇੱਥੇ ਫੂਡ ਡਿਲੀਵਰੀ ਦਾ ਕੰਮ ਬਹੁਤ ਕਰਦੇ ਆ, ਜਿਸ ਤਰ੍ਹਾਂ ਡਿਲੀਵਰੋ ਕੰਪਨੀ ਆ ਜਾਂ ਫੂਡ ਪੈਂਡਾ ਆ ਜਾਂ ਹੋਰ ਕਈ ਕੰਪਨੀਜ਼ ਨੇ, ਤੇ ਉਹਨਾਂ ਦੇ ਵਿੱਚ ਤਕਰੀਬਨ ਇੱਕ ਬੰਦਾ ਨੋਰਮਲੀ 30,000 ਹਾਂਗਕਾਂਗ ਡਾਲਰ ਪਰ ਮੰਥ, ਜਿਹੜਾ ਕਿ ਇੰਡੀਆ ਦਾ 3 ਲੱਖ ਬਣਦਾ ਆ। ਸਿੱਧਾ ਜਿਹਾ ਹਿਸਾਬ ਆਪਾਂ ਮੋਟਾ ਜਿਹਾ ਹਿਸਾਬ ਰੱਖੀਏ ਵੀ ਹਾਂਗਕਾਂਗ ਦਾ 10,000, ਇੰਡੀਆ ਦਾ 1 ਲੱਖ, ਤੇ 20,000 ਹਾਂਗਕਾਂਗ ਡਾਲਰ ਵੀ 2 ਲੱਖ। ਤੇ ਟੈਕਸ ਦੀ ਕਾਫੀ ਬਚਤ ਹੋ ਜਾਂਦੀ ਹੈ ਇੱਥੇ। ਹਾਂਗਕਾਂਗ ਦੇ ਵਿੱਚ ਪ੍ਰਾਪਰਟੀ ਦੀ ਗੱਲ ਕਰਦੇ ਆ ਤੇ ਅਗਰ ਕਿਸੇ ਨੇ ਆਹ ਵੇਖੋ ਆਹ ਬਿਲਡਿੰਗਸ ਨੇ, ਆਹ ਇੱਧਰ ਬਿਲਡਿੰਗਸ ਸ਼ੋ ਹੋ ਰਹੀਆਂ ਨੇ ਤੁਹਾਨੂੰ। ਇਸ ਤਰ੍ਹਾਂ ਦੀ ਕੋਈ ਇੱਕ ਸਿੰਗਲ ਸਟੂਡੀਓ ਫਲੈਟ ਲੈਣੀ ਹੋਵੇ ਤਾਂ ਤੁਹਾਨੂੰ 4 ਮਿਲੀਅਨ ਹਾਂਗਕਾਂਗ ਡਾਲਰ ਲਾਉਣੇ ਪੈਣੇ ਆਗੇ। 4 ਮਿਲੀਅਨ ਹਾਂਗਕਾਂਗ ਡਾਲਰ। ਜੇ ਦੂਸਰੇ ਮੁਲਕਾਂ ਨਾਲ ਕੰਪੈਰੀਜ਼ਨ ਕਰੀਏ, ਹਾਂਗਕਾਂਗ ਡਾਲਰ ਅਮਰੀਕਨ $1 ਦਾ ਹਾਂਗਕਾਂਗ ਦੇ 8 ਬਣਦੇ ਨੇ, ਕੈਨੇਡੀਅਨ $1 ਦੇ ਹਾਂਗਕਾਂਗ ਦੇ 6 ਬਣਦੇ ਨੇ। ਵੀ ਉਹੀ ਵੀ ਜੇ 6 ਹਾਂਗਕਾਂਗ ਡਾਲਰ ਨੇ ਤਾਂ ਕੈਨੇਡਾ ਦਾ 1 ਬਣ ਜਾਣਾ, ਔਰ ਜੇ 8 ਹਾਂਗਕਾਂਗ ਡਾਲਰ ਨੇ ਤਾਂ ਅਮਰੀਕਾ ਦਾ 1 ਬਣ ਜਾਣਾ। ਅਮੀਰ ਮੁਲਕ ਆ, ਤਨਖਾਹਾਂ ਸੋਹਣੀਆਂ ਨੇ। ਕਾਫੀ ਲੋਕ ਜਿਹੜੇ ਕਿ ਹੁਣ ਬੇਸ਼ੱਕ ਜਾ ਰਹੇ ਨੇ ਮੁਲਕ ਛੱਡ ਕੇ, ਪਰ ਪਿਛਲੇ ਸਮੇਂ ਦੌਰਾਨ ਅਗਰ ਕੋਈ ਹਾਂਗਕਾਂਗ ਚੋਂ ਜਾਂਦਾ ਸੀ ਕਿਸੇ ਵੀ ਮੁਲਕ 'ਚ, ਹਾਂਗਕਾਂਗ ਤੋਂ ਕੰਟਰੀ ਚੇਂਜ ਕਰ ਲੈਂਦੇ ਸੀ ਉਹ, ਤੇ ਵਾਪਸ ਆ ਜਾਂਦੇ ਸੀ, ਕਹਿੰਦੇ ਸੀ ਵੀ ਨਹੀਂ ਸਾਨੂੰ ਹਾਂਗਕਾਂਗ ਬੜਾ ਪਸੰਦ ਆ। ਪਰ ਕਾਫੀ ਪ੍ਰੋਬਲਮਸ ਆ ਗਈਆਂ ਨੇ ਹੁਣ, ਔਰ ਕਾਫੀ ਲੋਕ ਜਿਹੜੇ ਹੈਗੇ ਨੇ ਜਾ ਰਹੇ ਨੇ। ਪਰ ਅਫਕੋਰਸ ਹਾਂਗਕਾਂਗ ਇੱਕ ਬਹੁਤ ਪਿਆਰਾ ਮੁਲਕ ਆ, ਘੁੰਮਣ ਲਈ ਬਹੁਤ ਵਧੀਆ। ਇੰਡੀਆ ਦੇ ਨੇੜੇ ਤੇੜੇ ਜੇ ਤੁਹਾਨੂੰ ਕਿਤੇ ਡਿਜ਼ਨੀਲੈਂਡ ਮਿਲ ਸਕਦਾ ਤਾਂ ਹਾਂਗਕਾਂਗ ਵਿੱਚ ਆ। ਜਿਸ ਤਰ੍ਹਾਂ ਸਿੰਗਾਪੁਰ 'ਚ ਯੂਨੀਵਰਸਲ ਸਟੂਡੀਓ ਮਸ਼ਹੂਰ ਆ, ਉਸ ਤਰ੍ਹਾਂ ਹੀ ਹਾਂਗਕਾਂਗ ਦਾ ਜਿਹੜਾ ਡਿਜ਼ਨੀਲੈਂਡ ਆ ਉਹ ਬਹੁਤ ਮਸ਼ਹੂਰ ਆ। ਓਸ਼ੀਨ ਪਾਰਕ ਬਹੁਤ ਮਸ਼ਹੂਰ ਆ। ਬਹੁਤ ਘੁੰਮਣ ਫਿਰਨ ਵਾਲੀਆਂ ਚੀਜ਼ਾਂ ਨੇ। ਇੱਕ ਤੁਸੀਂ ਵੇਖਿਆ ਹੋਣਾ ਵੀ ਜਦੋਂ ਨਿੱਕੇ ਨਿੱਕੇ ਹੁੰਦੇ ਸੀ, ਮੇਰੀ ਉਮਰ ਇਸ ਵੇਲੇ 41 ਸਾਲ ਦੀ ਆ, ਮੈਂ ਆਪਣੇ ਦੀ ਗੱਲ ਕਰਦਾ। ਮੈਂ ਜੋ ਛੋਟਾ ਜਿਹਾ ਹੁੰਦਾ ਸੀ ਮੈਂ ਫਿਲਮਾਂ ਵੇਖਦਾ ਹੁੰਦਾ ਸੀ ਹਿੰਦੀ, ਤੇ ਉਹਦੇ ਵਿੱਚ ਪ੍ਰਾਣ ਜਾਂ ਕੋਈ ਵੀ ਇਹ ਜਿਹੜੇ ਵੀ ਐਕਟਰ ਹੋਣੇ ਸੀਗੇ ਕਹਿੰਦੇ ਹੁੰਦੇ ਸੀ ਹਮਾਰਾ ਸੋਨਾ ਹਾਂਗਕਾਂਗ ਸੇ ਆ ਰਹਾ ਹੈ। ਹਾਂਗਕਾਂਗ ਦਾ ਸੋਨਾ ਬਹੁਤ ਮਸ਼ਹੂਰ ਆ। 24 ਕੈਰਟ 24 ਕੈਰਟ ਜਿਹੜਾ ਪਿਓਰ ਗੋਲਡ ਆ। ਵੈਸੇ ਆਪਣੇ 22 ਕੈਰਟ ਚੱਲਦਾ ਇੰਡੀਆ 'ਚ, ਪਰ ਹਾਂਗਕਾਂਗ ਦਾ ਜਿਹੜਾ ਸੋਨਾ ਆ ਉਹ 24 ਕੈਰਟ ਦਾ ਆ। ਸੋ ਇਹ ਵੀਰ ਮੈਂ ਜਾਣਕਾਰੀ ਸਾਰੀ ਤੁਹਾਡੇ ਲਈ ਇਕੱਠੀ ਕੀਤੀ ਹੈਗੀ, ਜਿੰਨੀ ਕਿ ਵੀ ਮੈਨੂੰ ਪਤਾ ਸੀ ਨੌਲੇਜ। ਮੈਂ ਕੋਈ ਫੇਰ ਕਹਿ ਰਿਹਾ ਵੀ ਮੈਂ ਕੋਈ ਕੰਸਲਟੈਂਟ ਨਹੀਂ ਆ। ਮੈਨੂੰ ਪਲੀਜ਼ ਹੱਥ ਬੰਨ੍ਹ ਕੇ ਮੇਰੀ ਬੇਨਤੀ ਆ ਵੀ ਮੈਨੂੰ ਕੋਈ ਇਹ ਵੀ ਨਾ ਪੁੱਛੇ ਮੇਰਾ ਵੀਰ ਵੀ ਸਾਨੂੰ ਕੋਈ ਕੰਸਲਟ ਕਰਨ ਵਾਸਤੇ ਕੋਈ ਲਾਇਰ ਚਾਹੀਦਾ ਜਾਂ ਕੁਝ ਵੀ, ਤੁਸੀਂ ਆਪ ਲੱਭਣਾ ਆ। ਹਾਂ, ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤੁਸੀਂ ਕਹਿ ਸਕਦੇ ਹੋ, ਭਾਜੀ ਹੁਣਾਂ ਨੂੰ ਕਹਿ ਸਕਦੇ ਹੋ, ਹਰਨੇਕ ਭਾਜੀ ਹੁਣੀ ਜੇ ਅਲਾਉ ਕਰਨਗੇ ਤਾਂ ਆਫਕੋਰਸ ਉਸ ਟੌਪਿਕ ਤੇ ਮੈਂ ਦੁਬਾਰਾ ਵੀਡੀਓ ਬਣਾ ਦੂੰਗਾ। ਤੁਹਾਡੇ ਮਨ 'ਚ ਕੋਈ ਵੀ ਸਵਾਲ ਆ, ਪਰ ਗੱਲ ਇਹੀ ਆ ਮੇਰਾ ਵੀਰ ਵੀ ਤੁਸੀਂ ਕੋਈ ਵੀ ਕੰਮ ਕਰਨਾ ਨਾ, ਪਹਿਲਾਂ ਇਨਫੋਰਮੇਸ਼ਨ ਗੈਦਰ ਕਰੋ, ਉਸ ਥਾਂ ਤੇ ਜਾ ਕੇ ਆਓ, ਉੱਥੋਂ ਦਾ ਹਿਸਾਬ ਕਿਤਾਬ ਵੇਖੋ। ਏਜੰਟਾਂ ਤੇ ਯਕੀਨ ਨਾ ਕਰੋ। ਸਾਡੇ ਆਪਦੇ ਸ਼ਹਿਰ ਦੇ 2-3 ਮੁੰਡੇ, ਖੈਰ ਉਹਨਾਂ ਚੋਂ ਹੋ ਸਕਦਾ ਇੱਕ ਅੱਧਾ ਕੋਈ ਸਕਸੈਸ ਹੋ ਗਿਆ ਹੋਵੇ, ਆਪਦੇ ਸ਼ਹਿਰ ਦੇ ਮੁੰਡਿਆਂ ਨੇ ਘਾਟੇ ਖਾਦੇ ਨੇ, ਤੇ ਉਹਨਾਂ ਨੂੰ ਕਿਹਾ ਵੀ ਸਮਝਾਇਆ ਵੀ, ਪਰ ਦੋਨੋਂ ਪਤਾ ਨਹੀਂ ਉਹਨਾਂ ਨੂੰ ਆਪਦੇ ਤੇ ਖੁਦ ਯਕੀਨ ਜ਼ਿਆਦਾ ਸੀ ਜਾਂ ਮੇਰੇ ਤੇ ਯਕੀਨ ਘੱਟ ਸੀ। ਚਲੋ ਖੈਰ, ਸੋ ਪਲੀਜ਼ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ। ਪਹਿਲਾਂ ਤੁਸੀਂ ਇਨਫੋਰਮੇਸ਼ਨ ਗੈਦਰ ਕਰੋ। ਤੇ ਬਾਕੀ ਮੈਂ ਭਾਜੀ ਦਾ ਬਹੁਤ ਬਹੁਤ ਥੈਂਕ ਯੂ ਕਰਦਾ, ਹਰਨੇਕ ਵੀਰ ਜੀ ਹੁਣਾਂ ਦਾ। ਇੰਨਾ ਉਦਮ ਜਿੰਨਾ ਉਹ ਕਰ ਰਹੇ ਨੇ ਕੋਈ ਨਹੀਂ ਕਰਦਾ ਅੱਜ ਕੱਲ੍ਹ, ਕੋਈ ਨਹੀਂ ਕਰਦਾ। ਹਰ ਇੱਕ ਨੂੰ ਆਪਣੇ ਵਾਸਤੇ ਟਾਈਮ ਕੱਢਣਾ ਬੜਾ ਔਖਾ, ਤੇ ਦੇਖੋ ਦੂਸਰੇ ਵਾਸਤੇ ਟਾਈਮ ਕੱਢਣਾ ਕਿੰਨਾ ਔਖਾ ਹੋਣਾ। ਸੋ ਗੱਲ ਉਹੀ ਆ ਵੀ ਹੁਣ ਦੀ ਜੋ ਵੀ ਆਪਣੀ ਇਸ ਵੀਡੀਓ 'ਚ ਗੱਲਬਾਤ ਹੋਈ ਆ, ਤੁਸੀਂ ਸ਼ੇਅਰ ਨਾ ਕਰੋ। ਉਹਨਾਂ ਨੇ ਟਾਈਮ ਕੱਢਿਆ, ਮੈਂ ਤੁਹਾਡੇ ਲਈ ਟਾਈਮ ਕੱਢਿਆ,
ਹਾਲਾਂਕਿ ਚਲੋ ਜਿਸ ਤਰ੍ਹਾਂ ਵੀ ਆ, ਜਿੰਨੀ ਕਿ ਮੈਨੂੰ ਇਨਫੋਰਮੇਸ਼ਨ ਪਤਾ ਆ ਉਨੀ ਕਿ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ। ਪਰ ਜੇ ਤੁਸੀਂ ਅੱਗੇ ਸ਼ੇਅਰ ਨਾ ਕਰੋ ਤੇ ਕਿਸੇ ਨਾ ਕਿਸੇ ਨੇ ਧੋਖਾ ਖਾ ਜਾਣਾ। ਤੇ ਬੈਟਰ ਆ ਵੱਧ ਤੋਂ ਵੱਧ ਸ਼ੇਅਰ ਕਰੋ, ਅਵੇਅਰ ਕਰੋ ਤੇ ਕਿਸੇ ਦਾ ਨੁਕਸਾਨ ਨਾ ਹੋਵੇ। ਤੁਸੀਂ ਕਿਸੇ ਦਾ ਨੁਕਸਾਨ ਨਾ ਹੋਣ ਦਿਓ, ਉਹਨੇ ਤੁਹਾਡਾ ਨਹੀਂ ਨੁਕਸਾਨ ਹੋਣ ਦੇਣਾ, ਯਕੀਨ ਕਰਿਓ। ਠੀਕ ਹੈ ਵੀਰ, ਫਿਲਹਾਲ ਇੰਨੀ ਕੁ ਇਨਫੋਰਮੇਸ਼ਨ ਹਾਂਗਕਾਂਗ ਦੀ ਜਿੰਨੀ ਮੈਂ ਦਿੱਤੀ ਹੈਗੀ ਅਕੋਰਡਿੰਗ ਟੂ ਮੀ ਵੀ ਬਿਲਕੁਲ ਸਹੀ ਆ। ਪਰ ਫਿਰ ਵੀ ਕਿਸੇ ਵੀ ਵੀਰ ਦੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਤੇ ਪੁੱਛ ਸਕਦੇ ਆ। ਠੀਕ ਹੈ ਜੀ, ਤੇ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ। ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।